ਸਭ ਨੂੰ ਜੈ ਮਸੀਹ ਦੀ ਸੁਣ ਜੈ ਮਸੀਹ ਦੀ, ਜੈ ਮਸੀਹ ਦੀ। ਜੈ ਮਸੀਹ ਦੀ। ਪਰਮੇਸ਼ਰ ਦਾ ਸ਼ੁਕਰ ਕਰਦੇ ਬ੍ਰਦਰ ਇਕਬਾਲ ਜੀ ਕਿ ਆਪਾਂ ਨੂੰ ਮੌਕਾ ਦਿੰਦਾ ਰੱਬ ਔਰ ਉਸਦੇ ਵਚਨ ਨੂੰ ਪੜ੍ਹਨ ਦਾ, ਸਮਝਣ ਦਾ, ਸੁਣਨ ਦਾ, ਔਰ ਪਰਮੇਸ਼ਰ ਦਾ ਜਿੰਨਾ ਵੀ ਸ਼ੁਕਰ ਕੀਤਾ ਜਾਵੇ ਥੋੜ੍ਹਾ ਆ। ਔਰ ਅੱਜ ਸੋਮਵਾਰ ਦਾ ਦਿਨ ਹੈ। ਹਾਂਜੀ, ਅਸੀਂ ਇੱਥੇ ਪੰਜਾਬੀ ਸੀ ਚਰਚ ਵਿੱਚ ਬੈਠੇ ਹਾਂ ਔਰ ਬਾਈਬਲ ਸਟੱਡੀ ਕਰ ਰਹੇ ਹਾਂ। ਪਹਿਲਾਂ ਘਰ ਵਿੱਚ ਕਰਦੇ ਹੁੰਦੇ ਸੀਗੇ, ਹੁਣ ਘਰ ਵਿੱਚ ਜਾਣਾ ਮਨਾ ਹੈ ਕਰੋਨਾ ਵਾਇਰਸ ਕਰਕੇ। ਸੀ ਇੱਥੇ ਪਰਮੇਸ਼ਰ ਨੇ ਇੱਥੇ ਸਾਡਾ ਮੌਕਾ ਪਹੁੰਚਾਤਾ ਸੀ ਇੱਥੇ ਕਰ। ਦੇਖੋ ਸਾਡੇ ਇੱਕ ਮਸੀਹ ਦੀ ਅਕਲ ਹੈ। ਜਦੋਂ ਚਰਚ ਉੱਤੇ ਜਾਂ ਵਿਸ਼ਵਾਸੀਆਂ ਉੱਤੇ ਕੋਈ ਵੀ ਚੀਜ਼ਾਂ ਇਹੋ ਜਿਹੀਆਂ ਆਉਂਦੀਆਂ ਨੇ, ਉਹਦਾ ਹੱਲ ਕੱਢ ਲੈਂਦੇ ਨੇ। ਕਿਉਂਕਿ ਸਾਡੇ ਇੱਕ ਮਸੀਹ ਦੀ ਅਕਲ ਹੈ। ਪਹਿਲਾ ਗ੍ਰੰਥੀਆਂ 2:16 ਦੇ ਮੁਤਾਬਿਕ। ਔਰ ਹਾਲੇਲੂਇਆ। ਪਹਿਲਾਂ ਬ੍ਰਦਰ ਤਰਸੇਮ ਹੁੰਦੇ ਸੀ, ਅਸੀਂ ਨੇੜੇ ਨੇੜੇ ਬਹਿੰਦੇ ਹੁੰਦੇ ਸੀਗੇ, ਕਿਉਂਕਿ ਹੁਣ ਉਹ ਅਸੀਂ ਬਹੁਤਾ ਨੇੜੇ ਨੇੜੇ ਨਹੀਂ ਬਹਿ ਸਕਦੇ ਤੇ ਅਸੀਂ ਹਾਂਜੀ ਉਹਦਾ ਫਾਸਲਾ ਰੱਖ ਕੇ ਬਹਿੰਦੇ ਹਾਂ। ਅਤੇ ਇਸ ਕਰਕੇ ਪਰ ਅਸੀਂ ਬ੍ਰਦਰ ਤਰਸੇਮ ਲਾਲੀ ਸਾਹਿਬ ਨੂੰ ਵੀ ਮਿਸ ਕਰਦੇ ਹਾਂ। ਵੀ ਜਦੋਂ ਸਾਰਾ ਕੁਝ ਖੁੱਲ੍ਹੇਗਾ ਉਹ ਵੀ ਸਾਡੇ ਨਾਲ ਫਿਰ ਦੁਬਾਰਾ ਸ਼ੁਰੂ ਕਰੂਗੇ। ਹਾਂਜੀ, ਅਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੇ ਜ਼ਬੂਰ ਭਜਨ ਸਾਮਜ਼। ਹਾਂਜੀ ਜੀ, ਅਤੇ ਉਹਦੀ 146 ਦੀਆਂ 7 ਤੋਂ 10 ਤੇ ਆਇਤਾਂ ਪੜ੍ਹਦੇ ਹਾਂ ਜੀ, ਅਤੇ ਉਸ ਤੋਂ ਬਾਅਦ ਆਪਾਂ ਪ੍ਰਕਾਸ਼ ਦੀ ਪੋਥੀ ਦੀ ਬਾਈਬਲ ਸਟੱਡੀ ਜਾਰੀ ਰੱਖਾਂਗੇ ਜੀ ਸਰ। ਉਸ ਦੇ ਵਿੱਚ ਲਿਖਿਆ ਹੈ ਸਾਮਜ਼ ਭਜਨ ਜ਼ਬੂਰ 146 146 ਦੀ 7 to 10 7 ਤੋਂ 10 ਇਸ ਤਰ੍ਹਾਂ ਲਿਖਿਆ ਹੈ। ਉਹ ਦਬਾਇਆ ਹੋਇਆਂ ਦਾ ਨਿਆਂ ਕਰਦਾ ਅਤੇ ਭੁੱਖਿਆਂ ਨੂੰ ਭੋਜਨ ਦਿੰਦਾ ਹੈ। ਪ੍ਰਭੂ ਬੰਦੀਆਂ ਨੂੰ ਮੁਕਤ ਕਰਦਾ ਹੈ। ਉਹ ਅੰਨ੍ਹਿਆਂ ਨੂੰ ਅੱਖਾਂ ਦਿੰਦਾ ਹੈ। ਉਹ ਡਿੱਗਿਆਂ ਨੂੰ ਉਤਾਂਹ ਚੁੱਕਦਾ ਅਤੇ ਭਲਿਆਂ ਨੂੰ ਪਿਆਰ ਕਰਦਾ ਹੈ। ਵਾਹ ਜੀ ਵਾਹ। ਹਾਂਜੀ, ਉਹ ਪਰਦੇਸੀਆਂ ਦਾ ਧਿਆਨ ਰੱਖਦਾ, ਵਿਧਵਾਵਾਂ ਤੇ ਅਨਾਥਾਂ ਨੂੰ ਸੰਭਾਲਦਾ, ਪਰ ਉਹ ਦੁਸ਼ਟਾਂ ਨੂੰ ਨਾਸ਼ ਕਰਦਾ ਹੈ। ਹਾਂਜੀ, ਹੇ ਸਿਯੋਨ, ਪ੍ਰਭੂ ਪੀੜ੍ਹੀਓ ਪੀੜ੍ਹੀ ਹਮੇਸ਼ਾ ਦੇ ਲਈ ਰਾਜ ਕਰਦਾ ਹੈ। ਪ੍ਰਭੂ ਦੀ ਜੈ। ਹਾਂਜੀ, ਪਰਮ ਪ੍ਰਧਾਨ ਪਰਮੇਸ਼ਰ ਦੀ ਮਹਿਮਾ। ਹਾਂਜੀ, ਪਰਮ ਪ੍ਰਧਾਨ ਪਰਮੇਸ਼ਰ ਦੀ ਮਹਿਮਾ, ਪ੍ਰਭੂ ਦੀ ਜੈ। ਪਰਮੇਸ਼ਰ ਪਿਤਾ ਆਪ ਦੀ ਮਹਿਮਾ ਕਰਦੇ ਹੋ। ਆਪ ਹੀ ਪਰਮ ਪ੍ਰਧਾਨ ਪਰਮੇਸ਼ਰ ਹੋ। ਆਪ ਨੇ ਹੀ ਸਭ ਕੁਛ ਬਣਾਇਆ ਆਪਣੀ ਸਮਝ ਦੇ ਨਾਲ, ਆਪਣੇ ਵਚਨ ਦੇ ਨਾਲ, ਆਪਣੀ ਆਵਾਜ਼ ਦੇ ਨਾਲ, ਆਪਣੇ ਸ਼ਬਦ ਦੇ ਨਾਲ। ਪਰਮੇਸ਼ਰ ਪਿਤਾ ਔਰ ਪਵਿੱਤਰ ਆਤਮਾ ਦੁਆਰਾ ਆਪ ਮਹਾਨ 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 ਪਰਮੇਸ਼ਰ ਹੋ। ਆਪ ਦੀ ਜਿੰਨੀ ਵੀ ਵਡਿਆਈ ਕੀਤੀ ਜਾਏ ਥੋੜ੍ਹੀ ਹੈ। ਆਪ ਪਰਮੇਸ਼ਰ ਪਿਤਾ ਰਹਿਮਤ ਨਾਲ ਭਰੇ ਹੋਏ ਪਰਮੇਸ਼ਰ ਹੋ। ਆਪ ਰਹਿਮ ਕਰਦੇ ਹੋ, ਦਇਆ ਕਰਦੇ ਹੋ ਪਰਮੇਸ਼ਰ ਪਿਤਾ ਆਪਣੇ ਬੱਚਿਆਂ ਦੇ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ ਯਿਸੂ ਮਸੀਹ ਦੇ ਲਈ, ਆਪ ਦੇ ਇਕਲੌਤੇ ਪੁੱਤਰ ਦੇ ਲਈ, ਜਿਸ ਨੂੰ ਇੱਥੇ ਭੇਜਿਆ ਸਾਡੀ ਖਾਤਰ, ਤਾਂ ਕਿ ਅਸੀਂ ਅੰਧੇਰੇ 'ਚੋਂ ਨਿਕਲ ਕੇ ਸੱਚ ਨਾਲ, ਯਿਸੂ ਮਸੀਹ ਦੇ ਨਾਲ ਆਪ ਨਾਲ ਜੁੜ ਸਕੀਏ ਪਰਮੇਸ਼ਰ ਪਿਤਾ। ਯਿਸੂ ਮਸੀਹ ਹੀ ਰਾਹ, ਸੱਚ ਔਰ ਜ਼ਿੰਦਗੀ ਹੈ ਪਰਮੇਸ਼ਰ ਪਿਤਾ, ਔਰ ਸਾਨੂੰ ਹਮੇਸ਼ਾ ਦਾ ਜੀਵਨ ਦਿੱਤਾ ਪਰਮੇਸ਼ਰ ਪਿਤਾ। ਯਿਸੂ ਮਸੀਹ ਦੇ ਲਹੂ ਦੇ ਵਿੱਚ, ਜਿੰਦੇ ਜਾਗਦੇ ਲਹੂ ਦੇ ਵਿੱਚ, ਜੋ ਪਰਮੇਸ਼ਰ ਪਿਤਾ ਸਾਡੀ ਖਾਤਰ ਯਿਸੂ ਮਸੀਹ ਨੇ ਬਹਾਇਆ, ਔਰ ਉਹ ਜੀਵਨ ਸਾਨੂੰ ਮਿਲਿਆ ਪਰਮੇਸ਼ਰ ਪਿਤਾ, ਸਦਾ ਦਾ ਜੀਵਨ ਮਿਲਿਆ। ਔਰ ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ, ਸਾਨੂੰ ਨਰਕ ਦੀ ਅੱਗ ਦੀ ਸਜ਼ਾ ਤੋਂ ਆਪ ਨੇ ਬਚਾ ਲਿਆ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ, ਆਪ ਦੀ ਮਹਿਮਾ, ਤਾਰੀਫ ਔਰ ਵਡਿਆਈ ਕਰਦੇ ਹਾਂ ਪਰਮੇਸ਼ਰ ਪਿਤਾ। ਔਰ ਆਪ ਦੇ ਵਚਨ ਦੇ ਲਈ ਸ਼ੁਕਰ ਕਰਦੇ ਹਾਂ ਜੋ ਸਾਨੂੰ ਰਾਸਤਾ ਦਿਖਾਉਂਦਾ ਹੈ, ਜੋ ਰੌਸ਼ਨੀ ਹੈ, ਜੋ ਸੱਚ ਹੈ ਪਰਮੇਸ਼ਰ ਪਿਤਾ। ਅੱਜ ਆਪ ਦੇ ਵਚਨ ਦੇ ਵਿੱਚੋਂ ਅਸੀਂ ਪੜ੍ਹਨ ਜਾ ਰਹੇ ਹਾਂ, ਸਿੱਖਣ ਜਾ ਰਹੇ ਹਾਂ। ਸਾਨੂੰ ਗਾਈਡ ਕਰੋ, ਲੀਡ ਕਰੋ ਪਰਮੇਸ਼ਰ ਪਿਤਾ। ਔਰ ਬ੍ਰਦਰ ਇਕਬਾਲ ਜੀ ਦੇ ਲਈ, ਇਹਨਾਂ ਦੇ ਸਾਰੇ ਪਰਿਵਾਰ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ, ਜਿਸ ਤਰ੍ਹਾਂ ਵਫਾਦਾਰੀ ਦੇ ਨਾਲ ਪਰਮੇਸ਼ਰ ਪਿਤਾ ਆਪ ਇਹਨਾਂ ਨੂੰ ਇਸਤੇਮਾਲ ਕਰਦੇ ਹੋ, ਔਰ ਇਹ ਪਰਮੇਸ਼ਰ ਪਿਤਾ ਵਫਾਦਾਰੀ ਦੇ ਨਾਲ ਆਪ ਦਾ ਕੰਮ ਕਰ ਰਹੇ ਹਨ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਇਹਨਾਂ ਦੇ ਜੀਵਨ ਦੇ ਲਈ, ਇਹਨਾਂ ਦੇ ਲਈ ਆਪ ਦੀ ਬਰਕਤ ਮੰਗਦੇ ਹਾਂ, ਸਾਰੇ ਪਰਿਵਾਰ ਦੇ ਲਈ ਆਪ ਦੀ ਬਰਕਤ ਮੰਗਦੇ ਹਾਂ ਪਰਮੇਸ਼ਰ ਪਿਤਾ। ਔਰ ਇਹ ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ ਪਰਮੇਸ਼ਰ ਪਿਤਾ। ਆਪ ਜੀ ਦੀ ਮਰਜ਼ੀ ਪੂਰੀ ਹੋਵੇ ਪਰਮੇਸ਼ਰ ਪਿਤਾ। ਔਰ ਪਵਿੱਤਰ ਆਤਮਾ ਜੀ ਸਾਨੂੰ ਗਾਈਡ ਕਰੋ, ਲੀਡ ਕਰੋ, ਔਰ ਜੋ ਕੁਛ ਵੀ ਬੋਲਿਆ ਜਾਵੇ, ਪੜ੍ਹਿਆ ਜਾਵੇ, ਸੁਣਿਆ ਜਾਵੇ, ਉਹ ਕੇਵਲ ਤੇ ਕੇਵਲ ਆਪ ਵੱਲੋਂ ਹੋਵੇ। ਔਰ ਪਰਮੇਸ਼ਰ ਪਿਤਾ ਆਪ ਦਾ ਜਲਾਲ, ਆਪ ਦੀ ਮਹਿਮਾ ਹੋਵੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ ਆਮੀਨ। ਜੈ ਮਸੀਹ ਦੀ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਹਾਂਜੀ, ਆਪਾਂ ਜੀ ਬਾਈਬਲ ਸਟੱਡੀ ਕਰ ਰਹੇ ਹੈਗੇ ਹਾਂ। ਹਾਂਜੀ,
ਜੀ। ਤੇ ਪ੍ਰਕਾਸ਼ ਦੀ ਪੋਥੀ ਦੀ ਟੈਬਰਨੈਕਲ ਦੇ ਉੱਪਰ ਮੰਦਿਰ ਦੇ ਹੈਕਲ ਦੇ ਬਾਰੇ ਹੈ ਨਾ ਜੀ। ਤੇ ਆਪਣੇ ਆਪਣੇ ਦਾਊਦ ਦੇ ਮੰਦਿਰ ਦੇ ਬਾਰੇ, ਮੋਜ਼ਸ ਦੇ, ਸਾਰਾ ਉਹ ਇਹਦੇ ਤੇ ਅੱਗੇ ਆਪਾਂ ਹੁਣ ਜਾਰੀ ਰੱਖਦੇ ਹਾਂ ਜੀ। ਹਾਂਜੀ 21ਵੇਂ ਚੈਪਟਰ ਦੇ ਵਿੱਚ ਨਾ 21 ਚੈਪਟਰ ਦੀ 22 ਤੇ 23। ਹਾਂਜੀ ਹਾਲੇਲੂਇਆ। ਲਾਸਟ ਸਟੱਡੀ ਦੇ ਵਿੱਚ ਅਸੀਂ ਬੜੇ ਅੱਛੇ ਤਰੀਕੇ ਨਾਲ ਪ੍ਰਭੂ ਦੇ ਵਚਨ ਵਿੱਚੋਂ ਦੇਖਿਆ ਕਿ ਕਿੱਦਾਂ ਇੱਕ ਮੂਸਾ ਦਾ ਤੰਬੂ ਜਾਂ ਖੈਮਾ ਇਜਤਮਾ ਜਾਂ ਟੈਬਰਨੈਕਲ ਸੀ, ਹਾਂਜੀ, ਔਰ ਫਿਰ ਕਿਸ ਤਰੀਕੇ ਨਾਲ ਉਹ ਸ਼ਿਲੋ ਇੱਕ ਜਗ੍ਹਾ ਹੈਗੀ ਹੈ ਉਹਦੇ 'ਚ ਰੱਖ ਦਿੱਤਾ ਹੈ ਨਾ, ਤੇ ਉੱਥੇ ਹੀ 400 ਸਾਲ ਰਿਹਾ। ਤੇ ਜਿਹੜਾ ਏਲੀ ਕਾਇਨ ਦੇ ਦੌਰ ਵਿੱਚ ਅਸੀਂ ਉਹ ਸਾਰੀ ਐਕਸਪਲੇਨ ਕਰ ਚੁੱਕੇ ਹਾਂ, ਤੇ ਉਹ ਕਿਸ ਤਰੀਕੇ ਨਾਲ ਉਹ ਫਲਸਤੀਨੀਆਂ ਨਾਲ ਜੰਗ ਲਈ ਗਏ, ਤੇ ਉਹਨਾਂ ਕਿਹਾ ਕਿ ਇਹ ਜਿਹੜਾ ਆਰਕ ਆਫ ਕਵਨੈਂਟ ਅਹਿਦ ਦਾ ਸੰਦੂਕ ਲੈ ਚੱਲੇ ਆ, ਆਪੇ ਹੀ ਰੱਬ ਕਰ ਲੇਗਾ। ਉਹ ਬੜਾ ਉਹਨਾਂ ਨੇ ਫਾਰ ਗਰੰਟਡ ਲਿਆ ਤੇ ਕੰਮ ਉਲਟ ਹੋ ਗਿਆ। ਸੋ ਉਹ ਸਾਰੀ ਕਰਦਿਆਂ ਉਹ ਫਿਰ ਅਸੀਂ ਇਹ ਵੀ ਵੇਖਦੇ ਹਾਂ ਕਿ ਉਹ ਰੱਬ ਨੇ, ਯਹੋਵਾ ਪਾਕ ਖੁਦਾ ਨੇ ਇਹ ਹੋਣ ਦਿੱਤਾ ਕਿ ਇੱਕ ਤੇ ਉਹਨਾਂ ਨੂੰ ਸ਼ਿਕਸਤ ਹੋ ਗਈ ਤੇ ਨਾਲੇ ਉਹ ਐਦ ਦਾ ਸੰਦੂਕ ਵੀ ਉਹਨਾਂ ਦੇ ਕਬਜ਼ੇ 'ਚ ਆ ਗਿਆ। ਤੇ ਫਿਰ ਅੱਗੇ ਸਾਰੀ ਸਟੋਰੀ ਅਸੀਂ ਵੇਖਦੇ ਹਾਂ ਕਿ ਤਕਰੀਬਨ 7 ਮਹੀਨਿਆਂ ਤੱਕ ਉਹਨਾਂ ਨੇ ਇਹਨੂੰ ਪਹਿਲੇ ਤੇ ਆਪਣਾ ਉਹ ਜਿਹੜਾ ਸੀ ਉਹਨਾਂ ਦਾ ਦੇਵਤਾ ਸੀਗਾ ਨਾ, ਛੋਟੇ ਜੀ ਨਾਲ ਗੋਡ, ਉਹਨਾਂ ਦੇ ਮੰਦਿਰ 'ਚ ਰੱਖ ਦਿੱਤਾ ਤੇ ਉਹ ਬੋਤੀ ਡਹਿ ਗਿਆ, ਫਿਰ ਖਿਲਾਰਿਆ, ਫਿਰ ਡਿੱਗ ਗਿਆ ਤੇ ਉਹਨਾਂ ਫਿਰ ਦੂਸਰੇ ਸ਼ਹਿਰ 'ਚ ਘੱਲ ਦਿੱਤਾ। ਸੋ ਕਰਦਿਆਂ ਕਰਾਂਦਿਆਂ 7 ਮਹੀਨਿਆਂ ਤੱਕ ਉਹਨਾਂ ਆਖਿਆ ਬਈ ਗੱਲ ਇਹ ਹੈ, ਇਹਨੂੰ ਇੱਕ ਗੱਡੇ ਦੇ ਵਿੱਚ ਉਹਨਾਂ ਤੇ ਮਤਲਬ ਉਹਨਾਂ ਤੇ ਬਹੁਤ ਆਫਤਾਂ ਆ ਗਈਆਂ, ਬਿਮਾਰੀਆਂ ਆ ਗਈਆਂ, ਉਹਨਾਂ ਨੂੰ ਪਤਾ ਲੱਗ ਗਿਆ ਇਹ ਜਿਹੜਾ ਇਜ਼ਰਾਈਲ ਦਾ ਰੱਬ ਆ ਇਹਦੇ ਕਰਕੇ ਆ। ਤੇ ਉਹਨਾਂ ਨੇ ਨਾ ਬੜੀ ਇੱਜ਼ਤ ਦੇ ਨਾਲ ਇੱਕ ਗੱਡਾ ਨਹੀਂ ਹੁੰਦਾ ਬੈਲ ਗਾੜੀ, ਉਹਦੇ ਵਿੱਚ ਤੇ ਨਾਲ ਕੋਈ ਗਿਫਟ ਦਿੱਤੇ ਤੇ ਨਾਲ ਤੌਬਾ ਕੀਤੀ ਕਿ ਜੋ ਵੀ ਤੂੰ ਕ੍ਰੀਏਟਰ ਹੈ, ਜੋ ਇਹਨਾਂ ਦਾ ਰੱਬ, ਸਾਨੂੰ ਮਾਫ ਕਰ, ਸਾਡੀ ਜਾਨ ਛੋੜੋ। ਤੇ ਉਹ ਫਿਰ ਚਲੀ ਗਈ। ਤੇ ਉੱਥੇ ਫਿਰ ਅਸੀਂ ਦੇਖਿਆ ਕਿ ਉਹ ਕਿਸ ਤਰੀਕੇ ਨਾਲ ਇੱਕ ਦੇ ਘਰ 'ਚ ਰੱਖ ਦਿੱਤਾ ਗਿਆ ਹੈ। ਇਬਨ ਦਾਬ ਹੈ ਨਾ, ਇਬਨ ਦਾਬ ਜਿਹੜਾ ਸੀ ABINADAD, ਇਬਨ ਦਾਬ ਦੇ ਘਰ 'ਚ ਰੱਖ ਦਿੱਤਾ ਤੇ 70 ਸਾਲ ਤੱਕ ਉੱਥੇ ਹੀ ਰਿਹਾ। ਤੇ ਹੁਣ ਇਹਨਾਂ 70 ਸਾਲਾਂ 'ਚ ਉਹ ਟੈਬਰਨੈਕਲ ਤੇ ਮੋਜ਼ਸ ਦਾ ਹੈਗਾ ਸੀ, ਪਰ ਉਹਦੇ ਤੇ ਅਹਿਦ ਦਾ ਸੰਦੂਕ ਜਾਂ ਆਰਕ ਆਫ ਕਵਨੈਂਟ ਨਹੀਂ ਸੀ। ਇਸ ਲਈ ਖੁਦਾ ਦੀ ਹਜ਼ੂਰੀ ਵੀ ਚਲੀ ਗਈ। ਸੋ ਇਹ ਸਾਰਾ ਕੁਝ, ਲੇਕਿਨ ਫਿਰ ਵੀ ਜਿਹੜੇ ਜਾਜਕ ਸਨ, ਕਾਹਨ ਸਨ, ਪ੍ਰੀਸਟ ਸਨ, ਉਹ ਜਿਹੜੇ ਨੇ ਉਹ ਕੁਰਬਾਨੀਆਂ ਦਿੰਦੇ ਰਹੇ ਹੋਲੀ ਆਫ ਹੋਲੀਜ਼ ਦੇ ਵਿੱਚ। ਸੋ ਇਹ ਸਾਰੀ ਗੱਲਾਂ ਅਸਾਂ ਦੇਖੀਆਂ ਤੇ ਫਿਰ ਅਸਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਦਾਊਦ ਨੇ ਫਿਰ ਖੁਦਾ ਦੇ ਹਜ਼ੂਰ ਮਤਲਬ ਇੱਕ ਕਸਮ ਖਾਦੀ। ਜ਼ਬੂਰ 132 ਉਹਦੀ ਪਹਿਲੀ 5 ਆਇਤਾਂ ਦੇ ਵਿੱਚ ਹੈ। ਤੇ ਹੁਣ ਐਦ ਦੇ ਸੰਦੂਕ ਨੂੰ ਜਿਹੜਾ ਸੀ ਨਾ ਉਹ ਗਿਬੀਅਨ ਪਹਾੜ ਜਿਹੜਾ ਸੀ ਨਾ ਉਹਦੇ 'ਤੇ ਸੀ। ਤੇ ਹੁਣ ਦਾਊਦ ਨੇ ਕਿਹਾ ਕਿ ਸਾਰੀ ਗੱਲ ਹੈ ਕਿ ਇੱਕ ਹੋਰ ਉਹਨੇ ਇੱਕ ਕਮਰੇ ਦਾ ਖੈਮਾ ਬਣਾ ਲਿਆ। ਖੈਮਾ ਮੀਨਸ ਤੰਬੂ ਜਾ। ਤੇ ਉਹਨੇ ਕੀ ਕੀਤਾ ਕਿ ਉਹ ਜਾ ਕੇ ਵਾਪਸ ਲਿਆਇਆ ਉਹਨਾਂ ਕੋਲ, ਮਤਲਬ ਉਸ ਜਗ੍ਹਾ ਤੋਂ। ਹਾਲਾਂਕਿ ਉਹ ਉੱਥੋਂ ਸ਼ਿਫਟ ਕਰਨਾ ਟੈਬਰਨੈਕਲ ਕੋਈ ਗੱਲ ਨਹੀਂ ਸੀ, ਠੀਕ ਹੈ। ਜਿੱਥੇ ਸੀ ਉਹ ਇੱਕ ਫਾਰਮ ਜਗ੍ਹਾ ਸੀ, ਖੇਤਾਂ ਦੇ ਵਿੱਚ ਉਹਨਾਂ ਨੇ ਉਹਨੂੰ ਰੱਖਿਆ ਦਾ ਸੀ। ਸੋ ਐਨੀਵੇ ਇਹ ਸਾਰਾ ਕੁਝ ਕਰਕੇ ਹੁਣ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਮੂਸਾ ਦਾ ਖੈਮਾ ਇਜਤਮਾ ਹੈ ਜਾਂ ਟੈਬਰਨੈਕਲ ਹੈ, ਉਹ ਤੇ ਖਾਲੀ ਹੈ। ਹੋਲੀ ਆਫ ਹੋਲੀਜ਼ ਜਾਂ ਪਾਕ ਤਰੀਨ ਮਕਾਮ ਖਾਲੀ ਹੋ ਗਿਆ। ਹੁਣ ਦਾਊਦ ਨੇ ਕੀ ਕੀਤਾ ਕਿ ਉਹਨੂੰ ਉਹ ਜਿਹੜਾ ਕੋਈ ਸੈਹੂਨ ਉੱਤੇ ਬਣਾਇਆ ਸੀ ਉਹਦੇ 'ਚ ਰੱਖ ਦਿੱਤਾ। ਉਹ ਰੱਖਣ ਦੇ ਨਾਲ ਖੁਦਾ ਦੀ ਹਜ਼ੂਰੀ ਉੱਥੇ ਆ ਗਈ ਇੱਕ ਕੋਈ ਕਮਰੇ 'ਚ। ਤੇ ਉਹ ਅਸੀਂ ਇਹ ਦੇਖਦੇ ਹਾਂ ਕਿ ਇਹ ਫਿਰ 2 ਟੈਬਰਨੈਕਲ ਹੋ ਗਏ, ਇੱਕ ਮੋਜ਼ਸ ਦਾ ਤੇ
ਇੱਕ ਦਾਊਦ ਦਾ। ਇਹ ਫਿਰ ਦੋਏ ਜਿਹੜੇ ਨੇ ਟੈਬਰਨੈਕਲ ਠੀਕ ਹੈ ਜਾਂ ਇਹਦੇ ਲਿਖੀ ਪੰਜਾਬੀ ਵਰਡ ਠੀਕ ਹੈ, ਖੈਮਾ ਇਜਤਮਾ ਵੇਦੀ। ਅੱਛਾ, ਹੁਣ ਇਹ ਜਿਹੜੇ ਸਨ ਇਹ ਉਨੀ ਦੇਰ ਤੱਕ ਇੱਥੇ ਵੀ ਵਰਸ਼ਿਪ ਹੁੰਦੀ ਰਹੀ ਦੋਵਾਂ 'ਚ, ਜਿੰਨੀ ਦੇਰ ਤੱਕ ਸੋਲੇਮਨ ਦਾ ਟੈਂਪਲ ਜਾਂ ਹੈਕਲ ਨਹੀਂ ਬਣੀ। ਹੁਣ ਇਸ ਦੌਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਜਿੱਥੇ ਦਾਊਦ ਦਾ ਟੈਬਰਨੈਕਲ ਸੀ ਉੱਥੇ 24 ਘੰਟੇ ਜਿਹੜੀ ਸੀ ਨਾ, ਜਿਹੜਾ ਸੈਮ ਦੇ ਪਹਾੜ 'ਤੇ ਸੀ ਉੱਥੇ 24 ਘੰਟੇ ਜਿਹੜੀ ਸੀ ਉਹ ਵਰਸ਼ਿਪ ਹੁੰਦੀ ਰਹਿੰਦੀ ਸੀ ਹੈ। ਲੇਕਿਨ ਦੋਵਾਂ ਸਾਈਡਾਂ ਉੱਤੇ ਅਸਾਂ ਦੇਖਿਆ ਕਿ ਡੇਵਿਡ ਚੂੰਕਿ ਰਾਜਾ ਵੀ ਸੀ ਤੇ ਉਹਨੇ ਕੀ ਕੀਤਾ ਕਿ ਸਦੂਕ ਤੇ ਉਹਦੇ ਭਰਾ ਯਾਨੀ ZADOK ਹੈ ਨਾ, ਸਦੂਕ ਤੇ ਉਹਦੇ ਭਰਾਵਾਂ ਨੂੰ ਮੂਸਾ ਦੇ ਉੱਥੇ ਇਹ ਸਦੂਕ ਜਿਹੜਾ ਨਾ ਉਰਦੂ 'ਚ ਜਾਂ ਪੰਜਾਬੀ ਸਦੂਕ, ਇਹ ਕਾਹਿਨ ਸੀ ਤੇ ਉਹਦੇ ਭਰਾਵਾਂ ਨੂੰ ਇਹਨੇ ਮੂਸਾ ਦੇ ਟੈਬਰਨੈਕਲ ਵਿੱਚ ਉੱਥੇ ਵੀ ਪ੍ਰੀਸਟ ਘੱਲ ਦਿੱਤੇ, ਠੀਕ ਹੈ, ਤਾਂ ਜੇ ਉਹ ਰੋਜ਼ ਉਸ ਮਜ਼ਬੇ ਉੱਤੇ ਆਰਡਰ ਉੱਤੇ ਕੁਰਬਾਨੀਆਂ ਦਿਆ ਕਰਨ। ਤੇ ਜਦੋਂ ਕਿ ਦਾਊਦ ਦੇ ਟੈਬਰਨੈਕਲ ਵਿੱਚ ਕੁਰਬਾਨੀਆਂ ਨਹੀਂ ਸਨ ਹੁੰਦੀਆਂ ਕਿਉਂਕਿ ਇੱਕੋ ਹੀ ਕਮਰਾ ਸੀ ਤੇ ਉੱਥੇ ਉਹਨੇ ਆਸਫ ਜਿਹਨੇ ਇਹ ਭਜਨ ਵੀ ਲਿਖੇ ਨੇ ਨਾ, ਉਹਦੇ ਭਰਾਵਾਂ ਨੂੰ ਉਹਨੇ ਉੱਥੇ ਲਾ ਦਿੱਤਾ ਕਿ ਉਹ ਜਿਹੜਾ ਆਰਕ ਆਫ ਕਵਨੈਂਟ ਦੇ ਅਹਿਦ ਦੇ ਸੰਦੂਕ ਅੱਗੇ ਉਹ ਵਰਸ਼ਿਪ ਕਰਨ, ਠੀਕ ਹੈ। ਹੁਣ ਖੁਦਾ ਦੀ ਹਜ਼ੂਰੀ ਜਿਹੜੀ ਸੀ ਦਾਊਦ ਦੇ ਇੱਕੋ ਹੀ ਕਮਰਾ ਸੀਗਾ, ਤੰਬੂ ਦੇ ਵਿੱਚ ਕੋਈ ਵੇਲ ਨਹੀਂ ਸੀ ਹੋਲੀ ਆਫ ਹੋਲੀਜ਼ ਵਿੱਚ। ਉੱਥੇ ਦਲੇਰੀ ਦੇ ਨਾਲ ਲੋਕ ਆ ਕੇ ਤੇ ਵਰਸ਼ਿਪ ਕਰਦੇ ਸਨ। ਜਦੋਂ ਕਿ ਮੂਸਾ ਦਾ ਜਿਹੜਾ ਖੈਮਾ ਇਜਤਮਾ ਜਾਂ ਟੈਬਰਨੈਕਲ ਹੈ ਉਹਦੇ 3 ਹਿੱਸੇ ਸਨ, ਹੈ ਨਾ, ਯਾਨੀ ਕਿ ਆਊਟਰ ਕੋਰਟ ਸੀ, ਸ਼ਾਇਦ ਅੱਜ ਮੌਕਾ ਮਿਲਿਆ ਤੇ ਇਹਨੂੰ ਵੀ ਬਿਆਨ ਕਰਾਂਗੇ। ਫਿਰ ਹੋਲੀ ਪਲੇਸ ਸੀ, ਪਵਿੱਤਰ, ਠੀਕ ਹੈ। ਫਿਰ ਹੋਲੀ ਆਫ ਹੋਲੀਜ਼ ਦੇ ਵਿੱਚ ਇਹ ਸੀ ਤੇ ਉੱਥੇ ਇੱਥੇ ਤੇ ਸਾਰੇ ਚਲੇ ਜਾਂਦੇ ਸਨ ਜੇ ਦਾਊਦ ਦੇ, ਉੱਥੇ ਕਾਹਿਨ ਜਿਹੜੇ ਸਨ ਨਾ ਉਹ ਹੀ ਅੰਦਰ ਵੜ ਸਕਦੇ ਸਨ। ਮਸਲਨ ਉਹ ਜਿਹੜੇ ਪਵਿੱਤਰ ਜਗ੍ਹਾ ਸੀ ਹੋਲੀ ਪਲੇਸ ਤੇ ਹੋਲੀ ਆਫ ਹੋਲੀਜ਼ ਵਿੱਚ ਆਮ ਬੰਦਾ ਨਹੀਂ ਸੀ ਜਾਂਦਾ, ਉੱਥੇ ਪ੍ਰੀਸਟ ਜਾਂਦੇ ਸਨ। ਪ੍ਰੀਸਟ ਜਿਹੜੇ ਹਨ ਪੁਜਾਰੀ ਉਹ ਜਾਂਦੇ ਸਨ। ਤੇ ਹੁਣ ਇਹ ਹੋਇਆ ਕਿ ਦਾਊਦ ਦੇ ਉੱਥੇ ਜਿਹੜੇ ਕਾਹਿਨ ਸਨ ਜਾਂ ਪ੍ਰੀਸਟ ਸਨ ਉਹ ਕੁਰਬਾਨੀਆਂ ਤੇ ਦੇ ਨਹੀਂ ਸਨ ਸਕਦੇ। ਹੁਣ ਉਹਨਾਂ ਨੇ ਕੀ ਕੀਤਾ, ਦਾਊਦ ਨੇ ਮਿਊਜ਼ੀਸ਼ੀਅਨ, ਉਹ ਆਪ ਬੜਾ ਵੱਡਾ ਪਰਸਤਾਰ ਸੀ, ਉਹਨੇ ਮਿਊਜ਼ੀਸ਼ੀਅਨ ਤੇ ਸਿੰਗਰਸ ਗਾਇਕ ਵਰਸ਼ਿਪ ਕਰਨੇ ਔਰ ਮਿਊਜ਼ੀਸ਼ੀਅਨ ਤੇ ਸਾਜ਼ ਇਹਨਾਂ ਸਾਰਿਆਂ ਦਾ ਇੰਤਜ਼ਾਮ ਕੀਤਾ ਤੇ ਉੱਥੇ ਦਿਨ ਰਾਤ ਉੱਥੇ ਵਰਸ਼ਿਪ ਹੁੰਦੀ ਰਹਿੰਦੀ ਸੀ। ਤੇ ਜਿਸ ਤਰ੍ਹਾਂ ਜ਼ਬੂਰ 22 'ਚ ਲਿਖਿਆ ਕਿ ਵਰਸ਼ਿਪ ਨਾਲ ਪਰਮੇਸ਼ਵਰ ਦਾ ਤਖਤ ਲੱਗਦਾ ਹੈ, ਤੇ ਵਰਸ਼ਿਪ ਤੇ ਰੱਬ ਨੂੰ ਬੜੀ ਪਸੰਦ ਹੈ। ਔਰ ਜ਼ਬੂਰ 43:21 'ਚ ਕੀ ਲਿਖਿਆ, ਉਹ ਮੈਂ ਇਹਨਾਂ ਲੋਕਾਂ ਨੂੰ ਇਸ ਲਈ ਬਣਾਇਆ ਕਿ ਮੇਰੀ ਵਰਸ਼ਿਪ ਕਰਨ, ਆਰਾਧਨਾ ਕਰਨ ਹੈ ਤੇ ਹਰ ਤਰੀਕੇ ਨਾਲ। ਸੋ ਔਰ ਦੂਜੀ ਹੁਣ ਦਾਊਦ ਦੇ ਉੱਥੇ ਕੁਰਬਾਨੀਆਂ ਨਹੀਂ ਲੇਕਿਨ ਵਰਸ਼ਿਪ ਹੁੰਦੀ ਸੀ ਤੇ ਉੱਚੀ ਉਹ ਪਰਮੇਸ਼ਵਰ ਦਾ ਵਚਨ ਜਾਂ ਤੋਰਾ ਡਿਕਲੇਅਰ ਕਰਦੇ ਸਨ, ਠੀਕ ਹੈ, ਡਿਕਲੇਅਰ ਕਰਦੇ ਸਨ। ਅੱਛਾ, ਜਦੋਂ ਅਸੀਂ ਜ਼ਬੂਰ ਪੜ੍ਹਨੇ ਆ, ਕਿਉਂਕਿ ਇਹ ਜਿਹੜੀ ਜਿਊਜ਼ ਟ੍ਰੈਡੀਸ਼ਨ ਸੀ ਜਾਂ ਇਹ ਗਾਉਂਦੇ ਨਹੀਂ ਸਨ, ਮਤਲਬ ਇਹ ਰਿਦਮ ਨਾਲ ਪੜ੍ਹਦੇ ਸਨ। ਤੇ ਜਦੋਂ ਤੁਸੀਂ ਭਜਨ ਅਸੀਂ ਪੜ੍ਹਨੇ ਆ ਤਾਂ ਉੱਥੇ ਲਿਖਿਆ ਹੁੰਦਾ ਹੈ ਸਿਲਾ ਦਾ ਮਤਲਬ ਇਹ ਵੇ ਕਿ ਇਹ ਉੱਥੇ ਲਿਖਿਆ ਹੁੰਦਾ ਹੈ ਸਿਲਾ ਦਾ ਮਤਲਬ ਹੈ ਇਹ ਮਿਊਜ਼ੀਕਲ ਟਰਮ ਹੈ ਜਿਹੜੀ ਕਿ ਤੁਸੀਂ ਉੱਚੀ ਆਵਾਜ਼ ਜਿੱਥੇ ਰੱਬ ਦਾ ਨਾਮ ਹੈ ਨਾ ਤੇ ਉਹ ਸੁਰ ਜਾਂ ਉਹ ਉੱਚੀ ਲੈਵਲ ਤੇ ਉਹ ਇਹਨੂੰ ਰਿਦਮ ਨਾਲ ਗਾਉਂਦੇ ਸਨ ਜਾਂ ਤੁਸੀਂ ਕਹਿ ਲਓ ਵਰਸ਼ਿਪ ਦੇ ਵਿੱਚ ਉਹ ਕਰਦੇ ਸਨ। ਹੁਣ ਇਹ ਅਸੀਂ ਅੱਗੇ ਜਾ ਰਹੇ ਹਾਂ ਤੇ ਇਹ ਵੇਖ ਰਹੇ ਹਾਂ ਕਿ ਇਹ ਸਾਰਾ ਕੁਝ ਅਸੀਂ ਦੇਖ ਲਿਆ ਤੇ ਹੁਣ ਇਹ ਸੀ ਕਿ ਇਹ ਜਿਹੜੀ ਵਰਸ਼ਿਪ ਹੈ ਨਾ ਇਹ ਅਸਲ ਵਿੱਚ ਉੱਥੋਂ ਸ਼ੁਰੂ ਹੋਈ। ਹੁਣ
ਡੇਵਿਡ ਦੇ ਉੱਥੇ ਕਿਹੜੀ ਕੁਰਬਾਨੀਆਂ ਸਨ? ਰੂਹਾਨੀ ਕੁਰਬਾਨੀਆਂ ਦਾ ਸਿਸਟਮ ਜਿਹੜਾ ਸੀ ਨਾ, ਇਹ ਦਾਊਦ ਦੇ ਖੈਮਾ ਇਜਤਮਾ ਤੋਂ ਸ਼ੁਰੂ ਹੋਇਆ। ਲੇਕਿਨ ਉਹ ਜਿਹੜੇ ਮੂਸਾ ਦੇ ਜਿਹੜਾ ਟੈਬਰਨੈਕਲ ਹੈ, ਉੱਥੇ ਜਿਹੜੀ ਜਾਨਵਰਾਂ ਦੀ ਕੁਰਬਾਨੀ ਹੁੰਦੀ ਸੀ, ਖੁਦਾ ਦੀ ਹਜ਼ੂਰੀ ਨਾ ਹੋਣ ਦੀ ਵਜ੍ਹਾ ਨਾਲ, ਉਹ ਸੰਦੂਕ ਨਾ ਹੋਣ ਦੀ ਵਜ੍ਹਾ ਨਾਲ, ਅਹਿਦ ਦਾ ਜਿਹੜਾ ਸੰਦੂਕ ਹੈ ਨਾ ਹੋਣ ਦੀ ਵਜ੍ਹਾ ਨਾਲ, ਫਿਰ ਵੀ ਖੁਦਾ ਉਹਨਾਂ ਨੂੰ ਬੜਾ ਬਲੈਸ ਕਰਦਾ ਸੀ। ਲੇਕਿਨ ਇੱਥੇ ਜਿਹੜੀਆਂ ਕੁਰਬਾਨੀਆਂ ਉਹ ਹੁੰਦੀਆਂ ਸਨ ਰੂਹਾਨੀ, ਇੱਥੋਂ ਸ਼ੁਰੂ ਹੋਈਆਂ ਨੇ। ਯਾਨੀ ਕਿ ਹੁੰਦੀ ਸੀ ਆਰਾਧਨਾ ਹੁੰਦੀ ਸੀ, ਜਿਹਨੂੰ ਪ੍ਰੇਜ਼ ਕਹਿ ਲਓ, ਤਮਜੀਦ ਹੁੰਦੀ ਸੀ। ਉਹਦੇ ਬਾਅਦ ਇੱਕ ਬੜਾ ਜੋਏ, ਖੁਸ਼ੀ, ਆਨੰਦ ਜਿਹੜਾ ਸੀ, ਇਹ ਜਿਹੜੀ ਹੁੰਦੀ ਨਾ ਖੁਸ਼ੀ, ਇਹ ਜਾਂਦੀ ਰਹਿੰਦੀ, ਆਨੰਦ ਨਹੀਂ ਜਾਂਦਾ। ਆਨੰਦ ਨਾਲ ਉਹ ਵਰਸ਼ਿਪ ਕਰਦੇ ਸਨ, ਕਿਉਂਕਿ ਸੰਤ ਯਹੋਨਾ 4 ਦੀ 23 ਤੇ 24 ਵਿੱਚ ਲਿਖਿਆ ਕਿ ਖੁਦਾ ਖੁਦ ਆਪਣੇ ਲਈ ਇਹੋ ਜਿਹੇ ਆਨੰਦ ਕਰਨੇ ਵਾਲੇ ਜਾਂ ਵਰਸ਼ਿਪ ਕਰਨੇ ਵਾਲੇ ਢੂੰਡਦਾ ਰਹਿੰਦਾ ਹੈ, ਜਿਹੜੇ ਆਤਮਾ ਤੇ ਸੱਚਾਈ ਨਾਲ ਪ੍ਰਸਤਿਸ਼ ਕਰਨ। ਸੋ ਤੀਸਰੀ ਚੀਜ਼ ਉੱਥੇ ਹੁੰਦੀ ਸੀ ਕਿ ਉਹ ਨਾਲ ਥੈਂਕਸ ਗਿਵਿੰਗ, ਧੰਨਵਾਦ ਕਰਦੇ ਸਨ। ਸੋ ਇਹਨੂੰ ਪ੍ਰੇਜ਼ ਕਹਿ ਲਓ, ਇਹਨੂੰ ਜੋਏ ਕਹਿ ਲਓ, ਤੇ ਇਹਨੂੰ ਥੈਂਕਸ ਗਿਵਿੰਗ ਕਹਿ ਲਓ। ਸੋ ਇਹ ਸਾਰੀਆਂ ਰੂਹਾਨੀ ਕੁਰਬਾਨੀਆਂ ਹੁੰਦੀਆਂ ਸਨ। ਸੋ ਇੱਥੇ ਦੇਖੋ, ਅਗਰ ਅਸੀਂ ਵੇਖੀਏ ਤੇ ਦੂਸਰਾ ਸੈਮੂਅਲ 6 ਦੀ ਹੁਣ ਇਹ ਇੱਕ ਇਬਾਦਤ ਦਾ ਇੱਕ ਤਰੀਕਾ, ਹੁਣ ਜ਼ਾਹਿਰ ਹੈ ਕਿ ਰੱਬ ਨੇ ਉਹਨੂੰ ਗਾਈਡ ਕੀਤਾ ਕਿ ਤੂੰ ਇੰਜ ਕਰਿਆ ਕਰ। ਕਿਉਂਕਿ ਦੇਖੋ ਜੀ, ਇਹ ਜਿਹੜੀ ਪ੍ਰਸਤਿਸ਼ ਹੈ, ਇਹ ਸ਼ੁਰੂ ਹੋਈ ਕਿੱਥੋਂ ਹੈ? ਇਹ ਪ੍ਰਸਤਿਸ਼ ਸ਼ੁਰੂ ਹੋਈ ਹੈ ਪਿਤਾ, ਪੁੱਤਰ, ਪਵਿੱਤਰ ਆਤਮਾ ਨੇ। ਸਫਨੀਆਂ 3 ਦੀ 17 'ਚ ਲਿਖਿਆ ਹੈ ਕਿ ਉਹ ਲੋਕ ਜ਼ਫਨਾਇਆ, ਸਫਨੀਆਂ ਜ਼ਫਨਾਇਆ 3 ਦੀ 17 'ਚ ਲਿਖਿਆ ਹੈ ਕਿ ਜਿਹੜੇ ਵਰਸ਼ਿਪਰ ਹੁੰਦੇ ਨੇ ਨਾ, ਰੂਹ ਤੇ ਸੱਚਾਈ ਨਾਲ ਕਰਦੇ ਨੇ ਵਰਸ਼ਿਪ, ਉਹਨਾਂ ਲਈ ਯਹੋਵਾ ਪਾਕ ਖੁਦਾ ਖੁਦ ਗਾਉਂਦਾ ਹੈ ਹਾਲੇਲੂਇਆ। ਦੇਖੋ ਨਾ, ਇਹ ਵਰਸ਼ਿਪ ਐਸੀ ਚੀਜ਼ ਹੈ, ਇਹ ਇਜਾਜ਼ ਹੀ ਕੀਤੀ ਹੈ ਪਿਤਾ, ਪੁੱਤਰ, ਪਵਿੱਤਰ ਆਤਮਾ ਨੇ। ਠੀਕ ਹੈ। ਤੇ ਇਸੇ ਤਰੀਕੇ ਨਾਲ ਅਬਰਾਨੀਓ ਦੇ ਖੱਤ ਵਿੱਚ ਲਿਖਿਆ ਹੈ ਕਿ ਯਿਸੂ ਵੀ ਪ੍ਰਸਤਿਸ਼ ਕਰਦਾ ਜੀ, ਯਿਸੂ ਜੀ ਵੀ ਪ੍ਰਸਤਿਸ਼ ਕਰਦੇ ਨੇ। ਤੇ ਜੇ ਚਾਹੁੰਦੇ ਹੋ ਤੇ ਹਵਾਲਾ ਦੇ ਦਿੰਦੇ ਆ, ਸਾਨੂੰ ਕਿਹੜੀ ਜਲਦੀ ਹੈ। ਹਾਲੇਲੂਇਆ। ਸੋ ਇਹ ਆਪਾਂ ਦੇਖ ਰਹੇ ਹਾਂ ਕਿ ਪ੍ਰਸਤਿਸ਼ ਦੀ ਗੱਲ ਹੋ ਰਹੀ ਹੈ। ਠੀਕ ਹੈ। ਸੋ ਇਹ ਦੇਖੋ ਜੀ, ਇਹ ਕੀ ਦੱਸਿਆ ਸੀ ਸਰ, ਅਬਰਾਨੀਆਂ ਦਾ ਕੋਈ ਤੁਸੀਂ ਪਹਿਲਾਂ ਕਹਿ ਸਕਾ ਜ਼ੈਫਨੀਆ 3 ਦੀ 17 ਜੀ, ਹਾਂਜੀ, ਉਹਦੇ ਵਿੱਚ ਲਿਖਿਆ ਹੈ, ਹਾਂਜੀ 3 ਦੀ 17 ਵਿੱਚ ਲਿਖਿਆ, ਕਿਉਂਕਿ ਪ੍ਰਭੂ ਤੇਰਾ ਪਰਮੇਸ਼ਰ ਤੇਰੇ ਵਿਚਕਾਰ ਹੈ, ਉਹ ਜੇਤੂ ਮਹਾਬਲੀ ਹੈ, ਉਹ ਤੇਰੇ ਤੇ ਖੁਸ਼ ਹੋਵੇਗਾ, ਉਹ ਤੇਰੇ ਲਈ ਆਨੰਦ ਦੇ ਜੈਕਾਰਾ ਮਾਰੇਗਾ। ਇਸ ਲਈ ਇਹ ਨਹੀਂ ਕਹਿ ਸਕਦੇ ਕਿ ਇਹ ਵਰਸ਼ਿਪ ਵੀ ਉਹਦੀ ਹੈ। ਵਰਸ਼ਿਪ ਦੇ ਲਈ ਜਿਹੜਾ ਅਬਰਾਨੀ ਲਫ਼ਜ਼ ਹੈ ਬ੍ਰਦਰ ਜੀ, ਕੀ ਹਿਬਰੂ ਉਹਨੂੰ ਕਹਿੰਦੇ ਨੇ ਸ਼ਾਕਾ, ਮਤਲਬ ਠੀਕ ਹੈ, ਸ਼ਾਕਾ ਦਾ ਮਤਲਬ, ਠੀਕ ਹੈ। ਔਰ ਗ੍ਰੀਕ ਦੇ ਵਿੱਚ ਇਹਨੂੰ ਕਹਿੰਦੇ ਨੇ ਪ੍ਰਾਸਕਿਨੋ, ਯਾਨੀ ਕਿ ਵਰਸ਼ਿਪ ਦਾ ਮਤਲਬ ਗਾਣਾ ਹੀ ਨਹੀਂ ਹੁੰਦਾ। ਵਰਸ਼ਿਪ ਦਾ ਇਹ ਮਤਲਬ ਹੈ ਕਿ ਜਿਊਜ਼ ਦਾ ਕਨਸੈਪਟ ਜਾਂ ਇਹਦੀ ਡਿਕਸ਼ਨਰੀ 'ਚ ਆ ਢਿੱਡ ਜਿਹੜਾ ਹੈ ਨਾ, ਜ਼ਮੀਨ ਨਾਲ ਲਾ ਦੇਣਾ ਤੇ ਕਹਿਣਾ ਹੈ ਤੂੰ ਹੀ ਮਹਾਨ ਪਰਮੇਸ਼ਵਰ ਹੈ, ਤੂੰ ਹੀ ਰਚਨਹਾਰ ਹੈ। ਇਹ ਵੇ ਕਨਸੈਪਟ ਕਿ ਜੇ ਤੁਸੀਂ ਉਹਦੇ ਹਜ਼ੂਰ ਇੰਨੇ ਅਧੀਨ ਹੋ ਜਾਣਾ। ਠੀਕ ਹੈ। ਸੋ ਇਹ ਅਸਾਂ ਵੇਖਿਆ ਕਿ ਉਹ ਰੱਬ ਨੂੰ ਜਾਂ ਯਹੋਵਾ ਪਾਕ ਖੁਦਾ ਨੂੰ ਕੀ ਲੋੜ ਪਈ, ਉਹ ਵਰਸ਼ਿਪਰ ਢੂੰਡਦਾ ਫਿਰ ਰਿਹਾ, ਲੇਕਿਨ ਰੂਹ ਤੇ ਸੱਚਾਈ ਨਾਲ। ਇਸ ਲਈ ਮੈਂ ਕਹਿ ਰਿਹਾ, ਇਹ ਜਿਹੜਾ ਸੀ ਨਾ ਲੂਸੀਫਰ, ਉਹਨੂੰ ਵੀ ਇਹਨੇ ਸਿਖਾਈ ਸੀ ਪਿਤਾ, ਪੁੱਤਰ, ਪਵਿੱਤਰ ਆਤਮਾ ਨੇ। ਅੱਛਾ, ਫਿਰ ਪ੍ਰਭੂ ਯਿਸੂ ਵੀ ਗਾਉਂਦੇ ਨੇ ਜੀ, ਅਬਰਾਨੀਆਂ ਦੇ ਵਿੱਚ 2 ਦੀ
ਹੈ ਜੀ 11 ਤੇ 12 ਦੇਖ ਲਓ ਕਿ ਪ੍ਰਭੂ ਯਿਸੂ ਵੀ ਗਾਉਂਦੇ ਨੇ, ਵਰਸ਼ਿਪ ਕਰਦੇ ਨੇ। ਇਹ ਉਹਦੇ ਕਰੈਕਟਰ ਦਾ ਇੱਕ ਹਿੱਸਾ ਹੈ ਸਰ। ਪਵਿੱਤਰ ਆਤਮਾ 'ਚ ਵੀ ਅਸੀਂ ਗਾਉਂਦੇ ਹਾਂ। ਜੀ ਜੀ ਹਾਲੇਲੂਇਆ। ਜਿੱਦਾਂ ਹੁਣ ਆਪਾਂ ਪਹਿਲਾਂ ਪੜ੍ਹਿਆ ਸਫਨਾਇਆ 3:17 ਦੇ ਵਿੱਚ ਪ੍ਰਭੂ ਕਹਿੰਦਾ ਆਨੰਦ ਦੇ ਵਿੱਚ ਜੈਕਾਰਾ ਮਾਰਦਾ। ਹਾਂਜੀ ਹਾਂਜੀ, ਉਹ ਮਾਰਦਾ ਹੈ। ਹਾਂ, ਪ੍ਰਭੂ ਪਰਮੇਸ਼ਰ ਜੈਕਾਰੇ ਮਾਰਦਾ। ਅੱਛਾ, ਹੁਣ ਅੰਦਾਜ਼ਾ ਇਹ ਲਾਓ, ਜੇ ਚਰਚਿਸ ਲਲਕਾਰੋ ਤੇ ਲੋਕ ਕਹਿੰਦੇ ਨੇ ਇਹਨਾਂ ਨੂੰ ਕੀ ਹੋ ਗਿਆ। ਉਹ ਖੁਦ ਉਹਨਾਂ ਲਈ, ਕਿਹਨਾਂ ਲਈ, ਵਰਸ਼ਿਪਰਸ ਲਈ ਖੁਸ਼ੀ ਨਾਲ ਗਾਉਂਦਾ ਹੈ ਤੇ ਨਾਲੇ ਲਲਕਾਰੇ ਮਾਰਦਾ ਹੈ। ਹਾਲੇਲੂਇਆ। ਹਾਂਜੀ, ਹਾਲੇਲੂਇਆ ਹਾਲੇਲੂਇਆ। ਹੀਬਰੂ 12 ਦੀ ਤੁਸੀਂ ਕਿਹਾ ਹੈ ਜੀ? ਨਹੀਂ, ਹੀਬਰੂ 2 ਦੀ 11 ਤੇ 11 ਤੇ। ਇਹ ਕੌਣ? ਪ੍ਰਭੂ ਯਿਸੂ ਮਸੀਹ ਵੀ ਹਾਲੇਲੂਇਆ ਖੁਦ ਗਾਉਂਦੇ ਨੇ। ਉਹ ਪ੍ਰੇਸ ਪੜ੍ਹੀਏ ਜੀ ਇਹ? ਪੜ੍ਹ ਦੋ ਨਾ ਜੀ, ਹੁਣ ਮਾਮਲਾ ਜੇ ਛਿੜ ਗਿਆ। ਆਪਾਂ ਜੀ ਦੱਸ ਦਈਏ, ਅਸੀਂ ਆਪਾਂ ਹਾਲੇ ਵੀ ਪ੍ਰਕਾਸ਼ ਦੀ ਪੋਥੀ 21 ਦੀ 22 ਤੇ 23 ਆਇਤ ਹੀ ਕਰ ਰਹੇ ਹਾਂ। ਉਹਦੀ ਵਜ੍ਹਾ ਹੈ ਕਿ ਉੱਥੇ ਲਿਖਿਆ ਹੈ ਕਿ ਨਏ ਯਰੂਸ਼ਲਮ ਵਿੱਚ ਕੋਈ ਹੈਕਲ ਨਹੀਂ। ਉਹ ਫਿਰ ਗੱਲ ਚਲਦਿਆਂ ਕਿ ਬਈ ਹੈਕਲ ਜਾਂ ਟੈਂਪਲ ਤੇ ਟੈਬਰਨੈਕਲ ਵਿੱਚ ਕੀ ਫਰਕ ਹੈ। ਉਹ ਇਸ ਲਈ ਇਹਨੂੰ ਫਿਰ ਡੀਕਨ ਜਸਵਿੰਦਰ ਵਿਰਕ ਨੇ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਵੀ ਅਸੀਂ ਸਮਝੀਏ। ਪਹਿਲੇ ਤਾਂ ਸਾਨੂੰ ਸਮਝ ਆਉਣ ਦੀ। ਬਿਲਕੁਲ ਬਿਲਕੁਲ। ਤੇ ਫਿਰ ਅਸੀਂ ਸਿੱਖ ਰਹੇ ਹਾਂ ਤੇ ਫਿਰ ਚਾਹੀਦਾ ਹੈ ਕਿ ਤੁਹਾਡੇ ਤੱਕ ਵੀ ਪਹੁੰਚ ਜਾਏ। ਹਾਲੇਲੂਇਆ। ਤੇ ਆਪਾਂ ਪੜ੍ਹਦੇ ਹਾਂ ਜੀ ਇਬਰਾਨੀਆਂ 2 ਦੀ 11 ਤੇ 12। ਇਹ ਕਿਹਦੇ ਲਈ? ਯਿਸੂ ਵੀ ਗਾਉਂਦੇ। ਯਿਸੂ, ਹਾਂਜੀ, ਇਸ ਵਿੱਚ ਲਿਖਿਆ ਕਿਉਂਕਿ ਪਵਿੱਤਰ ਕਰਨ ਵਾਲਾ ਅਤੇ ਪਵਿੱਤਰ ਹੋਣ ਵਾਲੇ ਕਿਉਂਕਿ ਪਵਿੱਤਰ ਕਰਨ ਵਾਲਾ ਅਤੇ ਪਵਿੱਤਰ ਹੋਣ ਵਾਲੇ ਸਭ ਦਾ ਪਿਤਾ ਇੱਕ ਹੀ ਹੈ। ਹਾਂਜੀ। ਇਸ ਲਈ ਉਹ ਉਹਨਾਂ ਨੂੰ ਭਰਾ ਕਹਿਣ ਤੋਂ ਆਪਣੀ ਹੱਤਕ ਨਹੀਂ ਸਮਝਦਾ। ਇਸੇ ਲਈ ਉਸਨੇ ਕਿਹਾ ਹੈ, ਮੈਂ ਆਪਣੇ ਭਰਾਵਾਂ ਨੂੰ ਤੇਰੇ ਨਾਂ ਦੇ ਬਾਰੇ ਦੱਸਾਂਗਾ। ਮੈਂ ਸੰਗਤ ਦੇ ਵਿੱਚ ਤੇਰੀ ਵਡਿਆਈ ਕਰਾਂਗਾ। ਵਡਿਆਈ ਯਾਨੀ ਅਗਰ ਇਹਨੂੰ ਵੇਖੋ ਤੇ ਕਲੀਸਿਆ ਤੇਰੇ ਹਮਦ ਦੇ ਗੀਤ ਗਾ। ਪ੍ਰਭੂ ਯਿਸੂ ਦੀ। ਤੇ ਇਸੇ ਤਰੀਕੇ ਨਾਲ ਪਵਿੱਤਰ ਆਤਮਾ ਵੀ ਉਹਦੇ ਅੰਦਰ ਵੀ ਇਹ ਪਾਇਆ ਜਾਂਦਾ ਹੈ ਔਰ ਉਹਦੀ ਗਾਈਡੈਂਸ ਵਿੱਚ ਅਸੀਂ ਰੂਹ ਨਾਲ ਵੀ ਗਾਉਂਦੇ ਹਾਂ। ਮੇਰਾ ਮਤਲਬ ਹੈ ਪਹਿਲਾ ਕਰੰਥੀਓ ਉਹਦਾ 14 ਦਾ 15 ਤੇ 16 ਆਇਤ। ਸੋ ਇਹ ਪਿਤਾ ਪੁੱਤਰ ਪਵਿੱਤਰ ਆਤਮਾ ਜਿਹੜੇ ਨੇ ਇਹ ਇਹਨਾਂ ਦੇ ਕਰੈਕਟਰ ਦਾ ਇੱਕ ਹਿੱਸਾ ਹੈ। ਠੀਕ ਹੈ। ਆਪਾਂ ਇਸ ਲਈ ਦਾਊਦ ਨੂੰ ਪਤਾ ਸੀ। ਦੇਖੋ ਜੀ, ਦਾਊਦ ਕੋਲੋਂ ਵੀ ਬਹੁਤ ਗੁਨਾਹ ਹੋਏ, ਗੁਨਾਹ ਸਾਰੇ ਕੋਲ ਹੋਏ, ਲੇਕਿਨ ਚੂੰਕਿ ਵਰਸ਼ਿਪਰ ਜਿਹੜਾ ਸੀ ਉਹ ਖੁਦਾ ਨੂੰ ਪਿਆਰਾ ਹੈ ਔਰ ਉਹ ਕਹਿੰਦਾ ਹੈ ਇਹ ਮੇਰੇ ਦਿਲ ਦੇ ਮੁਤਾਬਿਕ ਮੇਰਾ ਦੋਸਤ ਮਿਲ ਗਿਆ। ਅੱਛਾ, ਇਹ ਯਿਸੂ ਜਿਹੜਾ ਸੀ ਯਹੂਦਾ ਦੇ ਕਬੀਲੇ ਦੇ ਵਿੱਚੋਂ ਸੀ। ਯਹੂਦਾ ਦਾ ਮਤਲਬ ਹੈ ਪਰਸਤਿਸ਼ ਕਰਨੇ ਵਾਲੇ। ਹਾਲੇਲੂਇਆ। ਔਰ ਗੱਲ ਸੁਣੋ, ਇਹ ਜਿਹੜੇ ਆਰਡਰ ਸੀਗਾ ਨਾ, ਇਹ ਜਿਹੜੇ ਗੋਥਾਂ ਦਾ 12 ਟ੍ਰਾਈਬਸ ਦਾ, ਖੁਦਾ ਨੇ ਕਿਹਾ ਸੀ, ਯਹੋਵਾ ਪਾਕ ਖੁਦਾ ਨੇ, ਕਿ ਜਦੋਂ ਤੁਸੀਂ ਮਾਰਚ ਕਰੋ ਇਹ ਯਹੂਦਾ ਦਾ ਕਬੀਲਾ ਅੱਗੇ ਰੱਖੇਗਾ। ਕਿਹੜੇ? ਵਰਸ਼ਿਪਰਸ। ਹਾਲੇਲੂਇਆ ਹਾਲੇਲੂਇਆ। ਇਹ ਟਾਈਟਲ ਇਹੋ ਜਿਹਾ ਜੀ ਵਰਸ਼ਿਪਰਸ ਦਾ, ਜਿਹੜੇ ਦਿਲ ਦੇ ਨਾਲ ਵਰਸ਼ਿਪ ਵੀ ਕਰਦੇ ਨੇ ਗਾ ਕੇ ਜਾਂ ਉਹਦੀ ਹਜ਼ੂਰ ਝੁਕੇ ਰਹਿੰਦੇ ਨੇ। ਇਹ ਟਾਈਟਲ ਇਸ ਦੁਨੀਆ 'ਚ ਵੀ ਤੇ ਐਂਦਾ ਜਹਾਨ ਵਿੱਚ ਇਹਨੂੰ ਕੋਈ ਜ਼ਵਾਲ ਨਹੀਂ, ਇਹ ਨਹੀਂ ਖਤਮ ਹੋ ਸਕਦਾ। ਹਾਲੇਲੂਇਆ ਜੀ। ਸੋ ਇਸ ਲਈ ਹੁਣ ਇਹ ਰੂਹਾਨੀ ਕੁਰਬਾਨੀਆਂ ਸ਼ੁਰੂ ਹੋ ਗਈਆਂ। ਹੁਣ ਜੋ ਕੁਝ ਵੀ ਮੌਜੂਦਾ ਚਰਚਿਸ ਵਿੱਚ ਹੋ ਰਿਹਾ ਹੈ, ਸਾਨੂੰ ਖਿਆਲ ਆਉਂਦਾ ਹੈ ਕਿ ਇਹ ਕੀ ਹੈ, ਇਹ ਕੀ ਕਰਦੇ ਨੇ। ਆਓ ਅੱਜ ਦੇਖੀਏ ਕਿ ਇਹ ਇੱਕ ਪਰਸਤਿਸ਼ ਜਿਹੜੀ ਡੇਵਿਡ ਤੋਂ ਸ਼ੁਰੂ ਹੋਈ। ਡੇਵਿਡ ਤੋਂ ਕਿੱਥੇ ਸ਼ੁਰੂ ਹੋਈ? ਪਿਤਾ ਪੁੱਤਰ ਪਵਿੱਤਰ ਆਤਮਾ ਤੋਂ ਸ਼ੁਰੂ ਹੋਈ। ਤੇ ਇਹ ਕੁਝ ਪੁਆਇੰਟ ਲਿਖ ਲਈਏ ਜਿਹੜੇ ਅੱਜ ਮੌਜੂਦਾ ਚਰਚਿਸ ਦੇ ਵਿੱਚ ਵੀ ਹੋ ਰਹੇ ਨੇ। ਤੇ ਘਾਬਰਨਾ ਨਹੀਂ ਕਿ ਜੀ ਆਹ ਕੀ ਨੇ। ਸੋ ਲੈਟਸ ਸਟਾਰਟ ਇਟ। ਸੋ ਮਿਨਿਸਟਰੀ ਆਫ ਡਾਂਸ, ਇਹ ਮਤਲਬ ਹੈ ਕਲੀਸਿਆ ਵਿੱਚ ਅੱਜ ਵੀ ਇਹ ਮਿਨਿਸਟਰੀ ਆਫ ਡਾਂਸ ਹੋਣਾ ਚਾਹੀਦਾ ਹੈ। ਦੂਸਰਾ ਸੈਮੂਅਲ ਉਹਦੀ 6 ਦੀ 14। ਇਹ ਤਰੀਕਾ ਜਿਹੜਾ ਹੈ ਨਾ, ਇਹ ਜਿਹੜੇ ਯਹੂਦੀ ਤਿਉਹਾਰ ਮਨਾਉਂਦੇ ਸਨ, ਫੈਸਟੀਵਲ ਮਨਾਉਂਦੇ ਸਨ, ਸੈਲੀਬ੍ਰੇਸ਼ਨ ਕਰਦੇ ਸਨ, ਉਹਦੇ ਵਿੱਚ ਇਹ ਡਾਂਸ ਵੀ ਕਰਦੇ ਸਨ। ਠੀਕ ਹੈ। ਅੱਛਾ, ਡਾਂਸ ਇਹ ਰੂਹਾਨੀ ਹੈ। ਇਹ ਉਹ ਨਹੀਂ ਕਿ ਸਿੱਖ ਕੇ
ਕੀਤਾ ਜਾਏ ਤੇ ਜਿਸਮ ਦੇ ਹਿੱਸੇ ਹਿਲਾਏ ਜਾਣ, ਉਹਦੀ ਨਹੀਂ ਗੱਲ ਹੋ ਰਹੀ। ਇਹ ਆਪਣਾ ਡਾਂਸ ਉਹ ਜਿਹੜਾ ਦੌੜ ਤੇ ਕੀਤਾ ਸੀ ਆਨੰਦ ਦੇ ਵਿੱਚ, ਆਨੰਦ ਵਿੱਚ ਕਰਦਾ ਕਰਦਾ ਉਹਨੂੰ ਪਰਵਾਹ ਹੀ ਕੋਈ ਨਹੀਂ। ਮਤਲਬ ਡਾਂਸ ਮਤਲਬ ਆਨੰਦ ਦੇ ਵਿੱਚ ਝੂਮਣਾ, ਹਾਂਜੀ, ਉਹਦੇ ਉਹ ਬਸ ਉਹ ਆਨੰਦ ਦੇ ਵਿੱਚ ਜਿਹੜਾ ਝੂਮਣਾ, ਹਾਂਜੀ। ਕੀ ਬਾਤ ਹੈ, ਹਾਂ ਕੀ ਬਾਤ ਹੈ। ਹਾਂ। ਔਰ ਇਹ ਤੁਹਾਨੂੰ ਪਤਾ ਹੈ ਕਿ ਦੂਸਰਾ ਸੈਮੂਅਲ 6:14, ਹਾਂਜੀ, ਇਹ ਰੈਫਰੈਂਸ ਨੋਟ ਕਰ ਲਓ, ਹਾਂਜੀ, ਠੀਕ ਹੈ। ਹਾਂਜੀ, ਫਿਰ ਉਹਦੇ ਬਾਅਦ ਮੇਰਾ ਮਤਲਬ ਹੈ ਜਿੱਥੇ ਦਿਲ ਕਰੇ ਉੱਥੇ ਪੜ੍ਹ ਲੈਣਾ। ਸੈਕਿੰਡ, ਇਹ ਜਿਹੜਾ ਵਰਸ਼ਿਪ ਦਾ ਤਰੀਕਾ ਹੈ ਕਾਰ, ਇਹ ਕੀ ਕਿਹਦੇ 'ਚ ਪਰਮੇਸ਼ਵਰ ਦੀ ਆਰਾਧਨਾ ਕਰਨੇ ਦਾ ਤਰੀਕਾ ਹੈ। ਤੇ ਇਹ ਵੇ ਕਿ ਮਿਨਿਸਟਰੀ ਆਫ ਵਰਸ਼ਿਪਰਸ ਤੇ ਐਂਡ ਵਰਸ਼ਿਪਰਸ ਤੇ, ਹਾਂਜੀ, ਯਾਨੀ ਇਹ ਭਜਨ ਗਾਣੇ, ਗੀਤ ਗਾਣੇ ਜਿਹੜੇ ਆਪਾਂ ਚਰਚਿਸ ਵਿੱਚ ਕਰਦੇ ਹਾਂ, ਠੀਕ ਹੈ। ਤੇ ਮੂਸਾ ਤੇ ਬਨੀ ਇਸਰਾਈਲ ਨੇ ਵੀ ਇਹ ਕੰਮ ਕੀਤਾ। ਲਿਖ ਲਓ, ਕੂਚ, ਐਕਸੋਡਸ, ਖਰੂਜ 15:1। ਸੋ ਇਹ ਦੇਖਦੇ ਜਾਈਏ ਔਰ ਇਹਦੇ ਤੋਂ ਘਬਰਾਓ ਨਾ, ਇਹ ਵਚਨ ਦੇ ਮੁਤਾਬਿਕ ਹੈ। ਫਿਰ ਜੀ ਇਹ ਤਰੀਕਾ ਜਿਹੜਾ ਨਾ ਅੱਜ ਵੀ ਹੋ ਰਿਹਾ, ਇਸ ਲਈ ਘਬਰਾਉਣਾ ਨਹੀਂ। ਤੀਸਰਾ ਜਿਹੜਾ ਹੈ ਮਿਨਿਸਟਰੀ ਆਫ ਮਿਊਜ਼ੀਸ਼ੀਅਨਸ ਵਿਦ ਇੰਸਟਰੂਮੈਂਟਸ, ਯਾਨੀ ਕਿ ਚਰਚਿਸ ਵਿੱਚ ਮਿਊਜ਼ੀਸ਼ੀਅਨ ਨੇ ਜਿਹੜੇ ਵਜਾਉਣ ਵਾਲੇ ਤੇ ਜਿਹੜੇ ਨੇ ਆਪਣਾ ਗਾਣ ਵਾਲੇ ਤੇ ਵਜਾਉਣ ਵਾਲੇ। ਕਿਉਂਕਿ ਵਚਨ ਵਿੱਚ ਲਿਖਿਆ ਨਵੇਂ ਨੇਮ ਵਿੱਚ ਵੀ ਜਦੋਂ ਗਾਣੇ ਵਾਲਿਆਂ ਦੀ ਤੇ ਵਜਾਣੇ ਵਾਲਿਆਂ ਦਾ ਆਪਸ ਵਿੱਚ ਇਹੋ ਜਿਹਾ ਸੰਬੰਧ ਹੋ ਗਿਆ, ਮਿਲਾਪ ਹੋ ਗਿਆ, ਖੁਦਾ ਦਾ ਘਰ ਮਸਜਿਦ ਦੇ ਨਾਲ ਭਰ ਗਿਆ ਤੇ ਉੱਥੇ ਫਿਰ ਕਾਹਨ ਵੀ ਨਹੀਂ ਖਲੋ ਸਕਦੇ ਸਨ। ਇੰਨੀ ਅਨੋਇੰਟਿੰਗ, ਇੰਨਾ ਅਭਿਸ਼ੇਕ ਹੁੰਦਾ ਸੀ, ਠੀਕ ਹੈ। ਸੋ ਇਹਦੇ ਲਈ ਪਹਿਲਾ ਇਤਿਹਾਸ, ਫਸਟ ਕ੍ਰੋਨਿਕਲਸ, ਪਹਿਲੀ ਤਵਾਰੀਖ 15:16। ਫਿਰ ਕਿਹੜਾ ਪੁਆਇੰਟ ਆ ਗਿਆ? ਅੱਛਾ, ਫਿਰ ਇਹ ਜਿਹੜੇ ਲਾਵੀ ਇੰਸਟਰੂਮੈਂਟਸ ਆ ਤਾਂ ਆਪਣੇ ਆਪਾਂ ਸਾਮ ਭਜਨ ਜਬੂਰ ਦੇ ਵਿੱਚ ਵੀ ਪੜ੍ਹਦੇ ਹੈਗੇ ਨਾ, 100 ਤੇ ਉਹ ਤਾਰ ਨਾਲ ਤਾਰ ਸਟ੍ਰਿੰਗਸ ਇੰਸਟਰੂਮੈਂਟਸ ਨਾਲ। ਜੀ ਜੀ, ਉਹ ਦੇਖੋ ਜੀ, ਫਿਰ ਦੇ ਬੰਦਗੀ ਕਰੋ, ਬਹੁਤ ਹੈ ਜੀ। ਜ਼ਬੂਰ 100, ਸਾਮਸ 149, ਹਾਂਜੀ, ਤੇ 150 ਜ਼ਬੂਰ ਆਖਰੀ, ਹਾਂ, ਹਾਂਜੀ, ਕਰਤਾਲਾ ਮਾਰ ਕੇ ਉਹ ਸਾਰੇ ਦੱਸੇ ਦੇ ਨੇ ਇੰਸਟਰੂਮੈਂਟ ਦੀ ਗੱਲ ਕਰ ਰਹੇ ਹਾਂ। ਸੋ ਇਹ ਡੇਵਿਡ ਨੇ ਤੇ ਇੰਨੇ ਇੰਸਟਰੂਮੈਂਟਸ ਇਜਾਦ ਕੀਤੇ, ਜਿੰਨੇ ਇੰਸਟਰੂਮੈਂਟ ਸਨ ਹੋਰੇ 3000 ਕੋਲੋਂ ਵੱਧ ਸਨ ਜੀ। ਉਹ ਸਾਰੇ ਹੀ ਉਹ ਇੰਸਟਰੂਮੈਂਟ ਦੇ ਵਜਾਉਣ ਵਾਲੇ ਦੱਸੋ ਕਿੰਨੀ ਕੱਠ ਦਾ ਮਸਾ ਕਾਰਪੋਰੇਟ ਅਨਾਇੰਟਿੰਗ ਆਉਂਦੀ ਹੋਣੀ ਹੈ। ਹਾਲੇਲੂਇਆ। ਸੋ ਉਹਦੇ ਬਾਅਦ ਜੀ ਇਹ ਵੇ ਕਿ ਲਾਵੀ ਜਿਹੜੇ ਸਨ, ਲੇਵੀਜ਼, ਇਹ ਜਿਹੜੇ ਸਨ ਇਹ ਆਰਕ ਆਫ ਕਵਨੈਂਟ ਅੱਗੇ ਜਿਹੜੇ ਸਨ ਉਹ ਖਿਦਮਤ ਕਰਦੇ ਸਨ, ਠੀਕ ਹੈ। ਇਹਦੇ ਬਾਰੇ 'ਚ ਵੀ ਅਸੀਂ ਅੱਗੇ ਜਾ ਦੇਖਾਂਗੇ। ਇਹ ਵੀ ਪਹਿਲਾ ਇਤਿਹਾਸ ਜਾਂ ਪਹਿਲੀ ਤਵਾਰੀਖ ਜਾਂ ਫਸਟ ਕ੍ਰੋਨਿਕਲਸ ਚੈਪਟਰ 16 ਦੀ 4, 6ਵੀਂ ਤੇ 37ਵੀਂ ਹੈ। ਓਕੇ, ਫਸਟ ਕ੍ਰੋਨਿਕਲਸ ਚੈਪਟਰ 16 ਵਰਸ 4, 6 and 37। ਅੱਛਾ, ਇਹ ਕੀ ਕਰਦੇ ਸੀ ਕਿ ਲੀਵਾਈਜ਼ ਵੀ ਇਹ ਉਹ ਖਿਦਮਤ ਕਰਦੇ ਸਨ, ਜਿਸ ਤਰ੍ਹਾਂ ਆਸਫ ਤੇ ਉਹਦੇ ਭਾਈ ਜਿਹੜੇ ਸਨ ਉਹਦੇ ਕਵਨੈਂਟ, ਉਹਦੇ ਬਹੁਤ ਸਾਰੇ ਸਿਸਟਮ ਨੇ ਜਿਹੜੇ ਅੱਗੇ ਅਸੀਂ ਹੋਲੀ ਆਫ ਹੋਲੀਜ਼ ਵਿੱਚ ਦੇਖਾਂਗੇ ਕਿ ਕੀ ਡਿਊਟੀਆਂ ਸਨ। ਅੱਗੇ ਜਿਹੜਾ ਮਿਨਿਸਟਰੀ ਆਫ ਥੈਂਕਸ ਗਿਵਿੰਗ, ਸ਼ੁਕਰਗੁਜ਼ਾਰੀ ਹੁੰਦੀ ਸੀ। ਇਹ ਜਿਹੜੇ ਯਹੂਦੀ ਰਬਾਈ ਨੇ ਨਾ, ਇਹ ਆਪਣੇ ਜਿਹੜੇ ਜਿਊਜ਼ ਨੇ ਉਹਨਾਂ ਨੂੰ ਕਹਿੰਦੇ ਨੇ ਘੱਟ ਤੋਂ ਘੱਟ ਰੋਜ਼ ਦੀ 300 ਗੱਲਾਂ ਦੀ ਸ਼ੁਕਰਗੁਜ਼ਾਰੀ ਕਰੋ ਯਹੋਵਾ ਪਾਕ ਖੁਦਾ ਦੀ। ਹੁਣ ਸਾਡੀ ਤੇ 2-3 ਕਰਕੇ ਮੁੱਕੀ ਜਾਂਦੀ ਹੈ। ਸੋ ਥੈਂਕਸ ਗਿਵਿੰਗ ਇਹ ਵੀ ਇੱਕ ਮਿਨਿਸਟਰੀ ਹੈ। ਸ਼ੁਕਰਗੁਜ਼ਾਰੀ ਕਰਦੇ ਰਹਿਣਾ, ਯਿਸੂ ਨੂੰ ਵਰਦਾਉਂਦਾ ਰਹਿਣਾ, ਇਹ ਸ਼ੁਕਰਗੁਜ਼ਾਰੀ ਦੀ ਵੀ ਇੱਕ ਮਿਨਿਸਟਰੀ ਹੈਗੀ ਹੈ। ਪਹਿਲਾ ਫਸਟ ਕ੍ਰੋਨਿਕਲ, ਪਹਿਲਾ ਇਤਿਹਾਸ ਜਾਂ ਉਹਨੂੰ ਕਹਿ ਲਓ ਫਸਟ ਪਹਿਲਾ ਤਵਾਰੀਖ 16 ਦੀ 4, ਠੀਕ ਹੈ ਜੀ। ਫਿਰ ਉਹਦੇ ਬਾਅਦ ਸਰ ਇੱਕ ਹੋਰ ਹੈ ਮਿਨਿਸਟਰੀ ਆਫ ਪ੍ਰੇਜ਼, ਯਾਨੀ ਕਿ ਇੱਕ ਵਰਸ਼ਿਪ ਹੁੰਦੀ ਹੈ, ਇੱਕ ਪ੍ਰੇਜ਼ ਹੁੰਦੀ ਹੈ। ਇਹ ਜਿਹੜੀ ਇਹ ਕਿਧਰੇ ਟਾਈਮ ਮਿਲਿਆ ਇਹਦੇ ਮੁਤਾਲਿਕ ਡਿਫਰੈਂਸ ਦੇਖਾਂਗੇ ਕਿ ਵਰਸ਼ਿਪ ਕੀ ਹੈ ਤੇ ਪ੍ਰੇਜ਼ ਕੀ ਹੈ। ਹਾਂਜੀ, ਹਮਦ ਕਰਨਾ। ਹਾਂਜੀ, ਹਾਂਜੀ, ਕੋਈ ਕ੍ਰੋਨਿਕਲ 16 ਦੀ 4,
ਪੜ੍ਹੀ ਜੀ ਪਹਿਲਾ ਕ੍ਰੋਨਿਕਲ। ਹਾਂਜੀ, ਥੈਂਕਸ ਗਿਵਿੰਗ ਲਈ ਹੈ ਨਾ। ਇਸ ਵੇਲੇ ਪਾਲੂਸ ਵੀ ਕਹਿੰਦਾ ਮੈਂ ਚਾਹੁੰਦਾ ਸ਼ੁਕਰਗੁਜ਼ਾਰੀ ਕਰੋ, ਫਿਰ ਕਹਿੰਦਾ ਸ਼ੁਕਰ ਕਰੋ ਹਾਲੇਲੂਇਆ। ਜੀ ਇਹ 'ਚ ਲਿਖਿਆ ਜੀ ਪਹਿਲਾ ਇਤਿਹਾਸ 16 ਦੀ 4 ਵਿੱਚ ਪੜ੍ਹ ਵੀ ਦਿੰਦੇ ਹਾਂ ਜੀ, ਪਹਿਲੀ ਤਵਾਰੀ। ਹਾਂਜੀ ਤਵਾਰੀਖ, ਹਾਂਜੀ ਇਤਿਹਾਸ, ਹਾਂਜੀ। ਅਤੇ ਉਹ 'ਚ ਲਿਖਿਆ ਦਾਊਦ ਨੇ ਕੁਝ ਲੇਵੀਆਂ ਨੂੰ ਨੇਮ ਦੇ ਸੰਦੂਕ ਅੱਗੇ ਸੇਵਾ ਕਰਨ ਲਈ ਨਿਯੁਕਤ ਕੀਤਾ। ਉਹਨਾਂ ਦਾ ਕੰਮ ਇਜ਼ਰਾਇਲ ਦੇ ਪ੍ਰਭੂ ਪਰਮੇਸ਼ਰ ਦਾ ਧੰਨਵਾਦ ਕਰਨਾ। ਲੇਵੀਆਂ ਨੂੰ ਉੱਥੇ ਉਹ ਡਿਊਟੀ ਲਾਈ, ਉਹਨਾਂ ਦਾ ਇਹ ਕੰਮ ਸੀ ਕਿ ਪਰਮੇਸ਼ਰ ਦਾ ਧੰਨਵਾਦ ਕਰਨਾ, ਉਸਤਤ ਕਰਨਾ ਅਤੇ ਆਰਾਧਨਾ ਕਰਨਾ ਸੀ। ਨੇਮ ਦੇ ਸੰਦੂਕ, ਹਾਂ, ਆਰਕ ਆਫ ਕੋਵੈਨੈਂਟ। ਫਿਰ ਠੀਕ ਹੈ, ਫਿਰ ਉਹਦੇ ਬਾਅਦ ਮਿਨਿਸਟਰੀ ਆਫ ਪ੍ਰੇਜ਼ ਹੈ ਨਾ, ਕਿ ਯਾਨੀ ਹਮਦ ਦੀ ਮਿਨਿਸਟਰੀ। ਸੋ ਇਹ ਫਰਕ ਕਿਧਰੇ ਦੇਖਾਂਗੇ ਵਰਸ਼ਿਪ ਤੇ ਪ੍ਰੇਜ਼ ਦੇ ਵਿੱਚ ਕੀ ਫਰਕ ਹੈ। ਹਾਂਜੀ ਹਾਂਜੀ। ਸੋ ਫਸਟ ਕ੍ਰੋਨਿਕਲ ਚੈਪਟਰ 16 ਵਰਸ 4। ਬਲਕਿ ਆ ਜਿਹੜਾ ਇੱਕ ਸਬਜੈਕਟ ਹੈ ਇਹ ਪਾਸਟਰ ਨੇ ਸਾਨੂੰ ਦਾਂਗੇ ਜਿਹੜੇ ਸਾਡੇ ਵਰਸ਼ਿਪ ਪਾਸਟਰ ਨੇ, ਕਿ ਸਾਨੂੰ ਜੀ ਇਹ ਪ੍ਰੇਜ਼ ਤੇ ਵਰਸ਼ਿਪ ਦੇ ਵਿੱਚ ਦੱਸੋ। ਆਪਾਂ ਜਿਹੜਾ ਹੁਣੇ ਪੜ੍ਹਿਆ ਇਹਦੇ ਵਿੱਚ ਸੀਗਾ ਧੰਨਵਾਦ ਕਰਨਾ, ਉਸਤਤ ਕਰਨਾ ਤੇ ਆਰਾਧਨਾ ਕਰਨਾ। ਹਾਂ ਵਿੱਚ ਹੀ ਹਾਂ ਬਿਲਕੁਲ ਠੀਕ ਹੈ। ਨੰਬਰ 7 ਹੈ ਮਿਨਿਸਟਰੀ ਆਫ ਸਾਮਸ ਨਹੀਂ ਹੁੰਦੀ, ਜ਼ਬੂਰਾਂ ਦੀ ਮਿਨਿਸਟਰੀ। ਹਾਂ ਉਹ ਵੀ ਬੜਿਆਈ। ਇਹ ਜੀ ਸਾਮਸ ਮੀਨਸ ਕਿ ਇਹ ਜਿਹੜੀ ਡਿਵਾਈਨ ਨੇ, ਇਲਹਾਮ ਨੇ, ਇਹ ਜ਼ਬੂਰ ਇਲਹਾਮ ਨੇ, ਡਾਇਰੈਕਟ ਰਿਵੀਲ ਹੋਏ ਦੇ ਨੇ। ਠੀਕ ਹੈ, ਯਾਨੀ ਮਦਾ ਸਰਾਈ ਕਰਨਾ, ਹਮਦ ਕਰਨਾ, ਵਰਸ਼ਿਪ ਕਰਨਾ, ਮਦਾ ਸਰਾਈ ਕਰਨਾ। ਇਹਨਾਂ 'ਚ ਥੋੜਾ ਮਦਾ ਸਰਾਈ ਮੀਨਸ ਕਿ ਇੰਗਲਿਸ਼ ਮਿਨਿਸਟਰੀ ਆਫ ਸਾਮਸ ਕਹਿ ਲਓ, ਜਿਸ ਤਰੀਕੇ ਨਾਲ ਦਾਊਦ ਕਰ ਰਿਹਾ। ਠੀਕ ਹੈ, ਚਲੋ ਇਹ ਦੇਖ ਲਓ ਉਹਦੇ ਫਸਟ ਕ੍ਰੋਨਿਕਲਸ ਪਹਿਲਾ ਇਤਿਹਾਸ ਪਹਿਲੀ ਤਵਾਰੀਖ 16 ਦੀ 9। ਓਕੇ 16 ਦੀ 9 ਨੇੜੇ ਹੀ ਹੈ, ਪੜ੍ਹ ਦਿਓ। ਪਹਿਲਾ ਇਤਿਹਾਸ 16 ਦੀ 9 ਉਸੇ ਚੈਪਟਰ ਉੱਥੇ ਲਿਖਿਆ ਹੈਗਾ ਉਸ ਦੇ ਲਈ ਗਾਓ, ਹਾਂ ਉਸ ਦੀ ਮਹਿਮਾ ਗਾਓ, ਹਾਂ ਉਸ ਦਾ ਅਦਭੁਤ ਕੰਮਾਂ ਬਾਰੇ ਦੱਸੋ, ਉਹਦੇ ਲਈ ਗਾਉਣਾ। ਹਾਂਜੀ ਆਪਾਂ ਇਤਿਹਾਸ 16 ਦੀ 9 ਪੜ੍ਹੀ ਹੈਗੀ ਜੀ। ਤੇ ਇਹ ਰੂਹਾਨੀ ਕੁਰਬਾਨੀਆਂ ਦੀ ਗੱਲ ਹੋ ਰਹੀ ਹੈ ਜੀ। ਹਾਂ ਬਿਲਕੁਲ ਠੀਕ ਹੈ, ਇਹ ਰੂਹਾਨੀ ਕੁਰਬਾਨੀਆਂ। ਲੇਕਿਨ ਫਿਰ ਵੀ ਖੁਦਾ ਨੇ ਉਹ ਜਾਨਵਰਾਂ ਦੀ ਕੁਰਬਾਨੀ ਨੂੰ ਰਿਜੈਕਟ ਨਹੀਂ ਕੀਤਾ। ਠੀਕ ਹੈ, ਸੋ ਇੱਕ ਲਿਹਾਜ਼ ਨਾਲ ਅਸੀਂ ਕਹਿ ਸਕਦੇ ਹਾਂ ਮੂਸਾ ਦੀ ਟੈਬਰਨੈਕਲ ਜਿਹੜਾ ਓਲਡ ਟੈਸਟਮੈਂਟ ਨੂੰ ਤਰਸਾਉਂਦਾ ਹੈ, ਤੇ ਡੇਵਿਡ ਜਿਹੜਾ ਹੈ ਉਹ ਨਿਊ ਟੈਸਟਮੈਂਟ ਨੂੰ ਤਰਸਾਉਂਦਾ ਹੈ। ਇਹ ਵੀ ਇੱਕ ਪੁਆਇੰਟ ਕਾਬੂ ਕਰ ਲਓ। ਸੋ ਅੱਗੇ ਚੱਲਦੇ ਹਾਂ, ਪੁਆਇੰਟ ਨੋਟ ਕਰਨਾ ਕਿ ਕਿੱਥੇ ਤੱਕ ਕੀਤਾ ਹੈ। ਟਾਈਮ ਤੁਹਾਡਾ ਹੋ ਗਿਆ ਸਰ, ਪਤਾ ਨਹੀਂ ਆਪਾਂ ਪੜ੍ਹਿਆ ਜੀ ਮਿਨਿਸਟਰੀ ਆਫ ਸਾਮਸ, ਇਹ ਆਪਾਂ ਇੱਥੇ ਤੱਕ ਕਰ ਲਿਆ। ਹਾਂਜੀ ਜੀ, ਇਹਦਾ ਹਵਾਲਾ ਬੋਲ ਦਿਓ। ਹਾਂ ਇਹਦਾ ਸੀਗਾ ਜੀ ਪਹਿਲਾ ਇਤਿਹਾਸ 16 ਦੀ 9 ਆਪਾਂ ਪੜ੍ਹ ਚੁੱਕੇ ਹਾਂ। ਠੀਕ ਹੈ ਜੀ, ਤੇ ਆਪਾਂ ਹਾਂਜੀ ਇੱਥੇ ਆਪਾਂ ਫਿਨਿਸ਼ ਕਰ ਲਿਆ, ਫਿਰ ਅੱਗੇ ਜਾਰੀ ਰੱਖਾਂਗੇ। ਆਪਾਂ ਇਹ ਕਰ ਰਹੇ ਹੈਗੇ ਹਾਂ ਜੀ ਇਹ ਪ੍ਰਕਾਸ਼ ਦੀ 21 ਦੀ 22 ਤੇ 23ਵੀਂ ਆਇਤ ਦਾ ਹੀ ਇਹ ਅੱਗੇ ਸਟੱਡੀਆਂ ਚੱਲ ਰਹੀਆਂ ਹੈਗੀਆਂ। ਹਾਂਜੀ ਤੇ ਇੱਥੇ ਆਪਾਂ ਅਗਲੀ ਚੱਲ ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ, ਆਪ ਦੇ ਵਚਨ ਦੇ ਵਿੱਚੋਂ ਅਸੀਂ ਜੋ ਸਿੱਖਿਆ, ਸਮਝਿਆ, ਪੜ੍ਹਿਆ, ਪਰਮੇਸ਼ਰ ਪਿਤਾ ਜੋ ਆਪਨੇ ਸਾਡੇ ਨਾਲ ਗੱਲਬਾਤ ਕੀਤੀ, ਆਪ ਦਾ ਸ਼ੁਕਰ ਕਰਦੇ ਹਾਂ। ਪਰਮੇਸ਼ਰ ਪਿਤਾ ਉਹ ਜੋ ਵੀ ਇਸ ਨੂੰ ਸੁਣੇ ਬਰਕਤ ਪਾਵੇ ਪਰਮੇਸ਼ਰ ਪਿਤਾ, ਔਰ ਅਸੀਂ ਆਪ ਦੇ ਦੱਸੇ ਹੋਏ ਰਾਸਤਿਆਂ ਦੇ ਮੁਤਾਬਕ ਚੱਲ ਸਕੀਏ, ਆਪ ਦੀ ਇੱਛਾ ਦੇ ਮੁਤਾਬਕ ਚੱਲ ਸਕੀਏ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ, ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ, ਔਰ ਇਹ ਵਚਨ ਸਾਡੇ ਅੰਦਰ ਵਸ ਜਾਏ ਔਰ ਬਹੁਤ ਵਧੇ ਫੁੱਲੇ ਔਰ ਬਹੁਤ ਸਾਰਾ ਫਲ ਲੈ ਕੇ ਆਏ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ।